ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਿੱਚ ਮੈਂ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਔਰ ਮੈਂ ਲੂਕਾ ਦਾ ਚੈਪਟਰ 2 ਔਰ ਉਸ ਦੀ 28 ਆਇਤ ਤੋਂ ਪੜ੍ਹੂੰਗਾ। ਔਰ ਇਹ ਉਹ ਸਮਾਂ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੂੰ ਮੰਦਰ ਦੇ ਵਿੱਚ ਲੈ ਕੇ ਜਾਇਆ ਗਿਆ ਔਰ ਉਹ ਹਾਲੇ ਤੱਕ ਬਹੁਤ ਛੋਟੀ ਉਮਰ ਦੇ ਬੱਚੇ ਆ ਹਾਲੇ ਤੱਕ, ਔਰ ਉਹਨਾਂ ਨੂੰ ਉਹਨਾਂ ਦੀ ਮਾਂ ਔਰ ਬਾਪ ਮੰਦਰ ਦੇ ਵਿੱਚ ਲੈ ਕੇ ਗਏ। ਔਰ ਉਹਨਾਂ ਨੂੰ ਉੱਥੇ ਇੱਕ ਸ਼ਮਾਉਨ ਨਾਂ ਦਾ ਇੱਕ ਆਦਮੀ ਮਿਲਿਆ। ਔਰ ਵਚਨ ਦੇ ਵਿੱਚ ਲਿਖਿਆ ਕਿ ਉਹ ਧਰਮੀ, ਜਿਸ ਨੇ ਮੈਂ ਦੂਸਰੇ ਭਾਵ ਦੀ 25ਵੀਂ ਆਇਤ ਪੜ੍ਹਦਾ ਪ੍ਰਭੂ ਦੇ ਵਚਨ ਦੇ ਵਿੱਚੋਂ, 102 ਪੰਨਾ ਤੇ ਆ ਲੂਕਾ ਦਾ ਦੂਸਰਾ ਚੈਪਟਰ। ਔਰ ਵਚਨ ਦੇ ਵਿੱਚ ਲਿਖਿਆ ਕਿ ਯਰੂਸ਼ਲਮ ਦੇ ਵਿੱਚ ਸ਼ਮਾਉਨ ਨਾਂ ਦਾ ਇੱਕ ਆਦਮੀ ਸੀ। ਉਹ ਧਰਮੀ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਸੀ। ਉਹ ਇਜ਼ਰਾਈਲ ਕੌਮ ਦੇ ਛੁਟਕਾਰੇ ਦੀ ਉਡੀਕ ਦੇ ਵਿੱਚ ਸੀ। ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ। ਪਵਿੱਤਰ ਆਤਮਾ ਨੇ ਉਸ ਉੱਤੇ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਨਹੀਂ ਦੇਖ ਲਵੇਗਾ ਉਸ ਦੀ ਮੌਤ ਨਹੀਂ ਹੋਵੇਗੀ। ਪਵਿੱਤਰ ਆਤਮਾ ਦੀ ਪ੍ਰੇਰਣਾ ਦੇ ਨਾਲ ਸ਼ਮਾਉਨ ਮੰਦਰ ਦੇ ਵਿੱਚ ਆਇਆ। ਜਦੋਂ ਯਿਸੂ ਦੇ ਮਾਤਾ ਪਿਤਾ ਉਸ ਨੂੰ ਵਿਵਸਥਾ ਦੀ ਰੀਤ ਦੇ ਅਨੁਸਾਰ ਅਰਪਣ ਕਰਨ ਦੇ ਲਈ ਮੰਦਰ ਦੇ ਵਿੱਚ ਲੈ ਕੇ ਗਏ, ਤਾਂ ਸ਼ਮਾਉਨ ਨੇ ਬਾਲਕ ਯਿਸੂ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ। ਹੇ ਸੁਆਮੀ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਦੇ ਨਾਲ ਵਿਦਾ ਕਰ ਰਿਹਾ ਹੈ, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਤੂੰ ਸਾਰਿਆਂ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਇਹ ਤੇਰੇ ਆਪਣੇ ਲੋਕਾਂ ਇਜ਼ਰਾਈਲ ਦੇ ਲਈ ਮਾਣ ਦਾ ਕਾਰਨ, ਪਰ ਦੂਜੀਆਂ ਜਾਤੀਆਂ ਨੂੰ, ਦੂਜੀਆਂ ਕੌਮਾਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੋਏਗਾ। ਅੱਜ ਪੰਤੇਕੁਸਤ ਦਾ ਤਿਉਹਾਰ। ਪੰਤੇਕੁਸਤ ਦੇ ਤਿਉਹਾਰ ਦਾ ਮਤਲਬ ਕਿ ਅੱਜ ਦੇ ਦਿਨ ਪ੍ਰਭੂ ਪਰਮੇਸ਼ਵਰ ਨੇ ਆਪਣਾ ਪਵਿੱਤਰ ਆਤਮਾ ਜੋ ਪ੍ਰਭੂ ਯਿਸੂ ਮਸੀਹ ਦੇ ਉੱਤੇ ਚੇਲੇ ਵਿਸ਼ਵਾਸ ਕਰਦੇ ਸੀ ਉਹਨਾਂ ਦੇ ਉੱਤੇ ਡੋਲਿਆ। ਮੈਂ ਇਹ ਹਿੱਸਾ ਕਿਉਂ ਪੜ੍ਹਦਾ ਪਿਆ? ਲੂਕਾ ਦੇ ਵਿੱਚੋਂ ਮੈਂ ਦੂਸਰੇ ਚੈਪਟਰ ਦੇ ਵਿੱਚੋਂ ਬੱਚੇ ਯਿਸੂ ਮਸੀਹ ਦਾ ਹਿੱਸਾ ਕਿਉਂ ਪੜ੍ਹਦਾ ਪਿਆ? ਸ਼ਮਾਉਨ ਦਾ ਹਿੱਸਾ ਕਿਉਂ ਪੜ੍ਹਦਾ ਪਿਆ? ਕਿਉਂਕਿ ਸ਼ਮਾਉਨ ਦੇ ਇਸ ਹਿੱਸੇ ਦੇ ਵਿੱਚ ਸਾਨੂੰ ਉਹ ਚੀਜ਼ ਮਿਲਦੀ ਆ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਜਾਂ ਤਾਂ ਜੋ ਸਾਡਾ ਵਿਸ਼ਵਾਸ ਆ ਉਹ ਬਜ਼ੁਰਗਾਂ, ਨਬੀਆਂ ਔਰ ਦੇ ਰਾਹੀਂ ਜੋ ਕੁਛ ਪ੍ਰਭੂ ਪਰਮੇਸ਼ਰ ਨੇ ਕਿਹਾ, ਜਾਂ ਤਾਂ ਉਹ ਸੱਚ ਹੈ ਔਰ ਜਾਂ ਉਹ ਨਹੀਂ। ਇਹਦੇ ਵਿੱਚ ਕੋਈ ਮਿਡਲ ਗਰਾਊਂਡ ਨਹੀਂ। ਜੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਸੱਚ ਹੈ, ਔਰ ਇੱਥੇ ਅਸੀਂ ਦੇਖਦੇ ਹਾਂ ਕਿ ਉਸਨੇ ਜੋ ਕਿਹਾ ਆ ਕਿ ਇਹ ਸਾਰਿਆਂ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ ਗਈ ਹੈ ਕਿ ਮੁਕਤੀ, ਸੈਲਵੇਸ਼ਨ। ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਜੋ ਸਾਰੇ ਸੰਸਾਰ ਦੇ ਲੋਕਾਂ ਦੇ ਲਈ ਤਿਆਰ ਕੀਤੀ ਗਈ। ਇਹ ਆਪਣੇ ਲੋਕ ਇਜ਼ਰਾਈਲ ਦੇ ਲਈ ਮਾਣ ਦਾ ਕਾਰਨ, ਪਰ ਸਾਰੀਆਂ ਜਾਤੀਆਂ ਨੂੰ, ਕੌਮਾਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ। ਸੋ ਪੰਤੇਕੁਸਤ ਦੇ ਤਿਉਹਾਰ ਨੂੰ ਕੀ ਹੋਇਆ ਸੀ? ਅਗਰ ਤੁਸੀਂ ਮੇਰੇ ਨਾਲ ਲੂਕਾ ਦੇ ਦੂਸਰੇ ਚੈਪਟਰ ਦੇ ਵਿੱਚ ਆ ਜਾਓ ਤੇ ਅਸੀਂ ਚੇਲਿਆਂ ਦਾ ਕਰਤੱਵ ਦੂਸਰਾ ਭਾਵ 209 ਪੰਨਾ, 209 ਪੰਨਾ। ਔਰ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਇਹ ਪੰਤੇਕੁਸਤ ਦਾ ਤਿਉਹਾਰ, ਪੰਤੇਕੁਸਤ ਦੇ ਦਿਨ ਦਾ ਤਿਉਹਾਰ ਦਾ ਦਿਨ ਸੀ। ਉਹ ਸਾਰੇ ਇੱਕ ਥਾਂ ਇਕੱਠੇ ਸਨ। ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਸ ਦੇ ਨਾਲ ਸਾਰਾ ਘਰ ਗੂੰਜ ਉੱਠਿਆ ਜਿਸ ਵਿੱਚ ਉਹ ਬੈਠੇ ਹੋਏ ਸਨ। ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਉੱਭਰਦੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ, ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆ ਕੇ ਠਹਿਰੀਆਂ। ਉਹ ਸਾਰੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਉਭਾਰਿਆ। ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਸ਼ਰਧਾਲੂ ਯਹੂਦੀ ਯਰੂਸ਼ਲਮ ਵਿੱਚ ਆਏ ਹੋਏ ਸਨ। ਜਦੋਂ ਇਹ ਆਵਾਜ਼ ਆਈ
ਤਾਂ ਭੀੜ ਲੱਗ ਗਈ, ਲੋਕ ਘਬਰਾ ਗਏ, ਕਿਉਂਕਿ ਹਰ ਕੋਈ ਚੇਲਿਆਂ ਨੂੰ ਆਪਣੀ ਹੀ ਬੋਲੀ ਬੋਲਦੇ ਸੁਣ ਰਿਹਾ ਸੀ। ਸਾਰੇ ਲੋਕੀ ਹੈਰਾਨ ਸਨ। ਉਹ ਹੈਰਾਨਗੀ ਦੇ ਵਿੱਚ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਬੋਲ ਰਹੇ ਹਨ ਗਲੀਲ ਨਿਵਾਸੀ ਨਹੀਂ ਹਨ। ਇਹ ਜੋ ਸਾਰੇ ਬੋਲ ਰਹੇ ਹਨ ਇਹ ਗਲੀਲ ਨਿਵਾਸੀ ਨਹੀਂ ਹਨ। ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ। ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਮੈਸੋਪੋਟਾਮੀਆ, ਯਹੂਦੀਆ, ਕਪਦੂਨੀਆ, ਪੰਤਸ, ਏਸ਼ੀਆ, ਫਰੂਗੀਆ, ਪ੍ਰਫੁੱਲਿਆ, ਮਿਸਰ, ਕੁਰੇਨੇ ਤੇ ਲਾਗੇ ਦੇ ਪ੍ਰਾਂਤਾਂ ਅਤੇ ਲੀਬੀਆ ਦੇ ਰਹਿਣ ਵਾਲੇ ਰੋਮੀ ਮੁਸਾਫਰ, ਯਹੂਦੀਆ ਅਤੇ ਦੂਜੇ ਜਿਨ੍ਹਾਂ ਯਹੂਦੀ ਮਤ ਨੂੰ ਸਵੀਕਾਰ ਕੀਤਾ, ਕਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ। ਅਸੀਂ ਸਾਰੇ ਆਪਣੀ ਭਾਸ਼ਾ ਵਿੱਚ ਪਰਮੇਸ਼ਵਰ ਦੇ ਮਹਾਨ ਕੰਮਾਂ ਬਾਰੇ ਸੁਣ ਰਹੇ ਹਾਂ। ਔਰ ਉਹ ਸਾਰੇ ਹੈਰਾਨ ਸਨ, ਘਬਰਾਏ ਹੋਏ ਇੱਕ ਦੂਜੇ ਨੂੰ ਪੁੱਛਣ ਲੱਗੇ, ਇਸ ਦਾ ਕੀ ਅਰਥ ਹੈ? ਇਸ ਦਾ ਕੀ ਅਰਥ ਹੈ? ਪ੍ਰਭੂ ਯਿਸੂ ਮਸੀਹ ਨੇ ਜਿਸਲੇ ਚੇਲਿਆਂ ਨੇ ਪੁੱਛਿਆ ਸੀ ਕਿ ਪ੍ਰਭੂ ਜੀ, ਜਿਸਲੇ ਅਸੀਂ ਪਹਿਲਾ ਚੈਪਟਰ ਪਿਛਲੀ ਵਾਰੀ ਪੜ੍ਹਿਆ, ਜਦੋਂ ਪ੍ਰਭੂ ਯਿਸੂ ਮਸੀਹ ਉਠਾਏ ਗਏ ਤਾਂ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਨੇ ਕਿਹਾ, ਚੇਲਿਆਂ ਨੇ ਪੁੱਛਿਆ ਕਿ ਕੀ ਤੁਸੀਂ ਇਜ਼ਰਾਈਲ ਕੌਮ ਦਾ ਰਾਜ ਹੁਣ ਸਥਾਪਿਤ ਕਰਨਾ ਹੈ? ਯਾਨੀ ਕਿ ਉਹ ਬਹੁਤ ਛੋਟਾ ਸੋਚ ਰਹੇ ਸੀ ਕਿ ਤੁਸੀਂ ਇਜ਼ਰਾਈਲ ਕੌਮ ਦਾ ਰਾਜ ਹੁਣ ਸਥਾਪਿਤ ਕਰਨ ਦੇ ਆਏ ਆ। 7ਵੀਂ ਆਇਤ ਦੇ ਵਿੱਚ ਪਹਿਲਾ ਹੀ ਭਾਵ ਚੇਲਿਆਂ ਦਾ ਕਰਤੱਵ, ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, ਇਹ ਤੁਹਾਡਾ ਕੰਮ ਨਹੀਂ ਕਿ ਉਹਨਾਂ ਨਿਸ਼ਚਿਤ ਸਮਿਆਂ ਅਤੇ ਵੇਲਿਆਂ ਦੇ ਬਾਰੇ ਜਾਣੋ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਦੇ ਵਿੱਚ ਰੱਖਿਆ ਹੈ, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਤਾਂ ਤੁਸੀਂ ਯਰੂਸ਼ਲਮ, ਸਾਰੇ ਯਹੂਦੀਆ ਅਤੇ ਸਾਰੇ ਸਾਮਰੀਆ ਅਤੇ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ। ਜਦੋਂ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ, ਜਦੋਂ ਤੁਸੀਂ ਪਵਿੱਤਰ ਆਤਮਾ ਪ੍ਰਾਪਤ ਕਰੋਗੇ, ਜਦੋਂ ਸ਼ਕਤੀ ਤੇ ਬੁੱਧੀ ਉਹ ਤੁਹਾਨੂੰ ਦੇਵੇਗਾ, ਤੁਸੀਂ ਸਾਰੀਆਂ ਕੌਮਾਂ ਦੇ ਵਿੱਚ ਮੇਰੇ ਸਾਥੀ ਹੋਵੋਗੇ। ਜੋ ਸ਼ਮੌਨ ਨੇ ਕਿਹਾ ਸੀ, ਇਹ ਸਾਰੀਆਂ ਭਾਸ਼ਾਵਾਂ ਔਰ ਸਾਰੀਆਂ ਕੌਮਾਂ ਦੇ ਲਈ ਮੁਕਤੀ ਜਿਹੜੀ ਤੂੰ ਤਿਆਰ ਕੀਤੀ ਹੈ, ਉਸ ਦੇ ਮੈਂ ਦਰਸ਼ਨ ਕਰਦਾ ਪਿਆ। ਤੇ ਕੀ ਇਹ ਸੱਚ ਹੈ? ਬਾਈਬਲ ਦੇ ਵਿੱਚ ਮੈਂ ਤੁਹਾਨੂੰ 2 ਜਗ੍ਹਾਵਾਂ ਤੇ ਲੈ ਕੇ ਜਾਊਂਗਾ। ਇੱਕ ਉਹ ਜਗ੍ਹਾ ਜਿੱਥੇ ਸਾਰੀਆਂ ਲੈਂਗੁਏਜਸ ਵੱਖਰੀਆਂ ਕਰ ਦਿੱਤੀਆਂ ਪਰਮੇਸ਼ਰ ਨੇ, ਔਰ ਦੁਨੀਆ ਦੇ ਹਰ ਇਲਾਕੇ ਦੇ ਲੋਕ ਆਪਣੀ ਆਪਣੀ ਭਾਸ਼ਾ ਬੋਲਣ ਲੱਗ ਪਏ। ਔਰ ਅੱਜ ਦਾ ਇੱਕ ਮਹਾਨ ਦਿਨ, ਜਿਸ ਦਿਨ ਪ੍ਰਭੂ ਨੇ ਪਵਿੱਤਰ ਆਤਮਾ ਦੇ ਰਾਹੀਂ ਉਹਨਾਂ ਸਾਰੀਆਂ ਬੋਲੀਆਂ ਦੇ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਸ਼ੁਭ ਸਮਾਚਾਰ ਦੇ ਰਾਹੀਂ ਮੇਰੇ ਨਾਲ ਅਗਰ ਤੁਸੀਂ ਉਤਪਤ ਦਾ 11ਵਾਂ ਭਾਵ ਕੱਢੋਗੇ, ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ, ਤਾਂ ਪੁਰਾਣੇ ਨਿਯਮ ਦਾ 13ਵਾਂ ਪੰਨਾ 13, ਉਤਪਤ ਚੈਪਟਰ 11 ਵਚਨ ਦੇ ਵਿੱਚ ਇਹ ਲਿਖਿਆ ਕਿ ਉਸ ਸਮੇਂ ਧਰਤੀ ਦੇ ਸਭ ਲੋਕਾਂ ਦੀ ਇੱਕ ਭਾਸ਼ਾ ਸੀ, ਜਿਸ ਦੇ ਬੋਲਾਂ ਵਿੱਚ ਕਿਸੇ ਤਰ੍ਹਾਂ ਦੀ ਭਿੰਨਤਾ ਨਹੀਂ ਸੀ। ਉਹ ਲੋਕ ਪੂਰਬ ਦੀ ਵੱਲ ਯਾਤਰਾ ਕਰਦੇ ਹੋਏ ਸਿਨਾਰ ਦੇਸ਼ ਦੀ ਧਰਤੀ ਤੇ ਪਹੁੰਚੇ ਅਤੇ ਉੱਥੇ ਰਹਿਣ ਲੱਗ ਪਏ, ਔਰ ਉੱਥੇ ਇੱਕ ਦੂਜੇ ਨੂੰ ਬੋਲੇ, ਆਓ ਅਸੀਂ ਇੱਟਾਂ ਬਣਾਈਏ ਅਤੇ ਅੱਗ ਵਿੱਚ ਉਹਨਾਂ ਨੂੰ ਪਕਾ ਲਈਏ। ਸੋ ਉਹਨਾਂ ਕੋਲ ਪੱਥਰ ਦੀ ਥਾਂ ਇੱਟਾਂ ਅਤੇ ਸੀਮਿੰਟ ਦੀ ਥਾਂ ਗਾਰਾ ਸੀ। ਉਹ ਬੋਲੇ, ਆਓ ਅਸੀਂ ਇੱਕ ਸ਼ਹਿਰ ਬਣਾਈਏ ਜਿਸ ਵਿੱਚ ਇੱਕ ਵੱਡਾ ਬੁਰਜ ਹੋਵੇ, ਜਿਸ ਦਾ ਗੁੰਬਦ ਆਕਾਸ਼ ਤੱਕ ਹੋਵੇ। ਇਸ ਤਰ੍ਹਾਂ ਸਾਡਾ ਵੀ ਇੱਕ ਨਾਂ ਹੋਵੇਗਾ ਕਿ ਅਸੀਂ ਧਰਤੀ ਤੇ ਖਿੱਲਰ ਨਾ ਜਾਈਏ। ਤਦ ਪ੍ਰਭੂ ਥੱਲੇ ਉਤਰਿਆ ਕਿ ਮਨੁੱਖੀ ਹੱਥਾਂ ਦੇ ਬਣਾਏ ਸ਼ਹਿਰ ਬੁਰਜ ਨੂੰ ਦੇਖੇ। ਪ੍ਰਭੂ ਨੇ ਉਹਨਾਂ ਨੂੰ ਕਿਹਾ, ਇਹ ਇੱਕ ਤਰ੍ਹਾਂ ਦੇ ਲੋਕ ਹਨ, ਇਹਨਾਂ ਦੀ ਭਾਸ਼ਾ ਵੀ ਇੱਕ ਹੈ। ਇਹ ਤਾਂ ਇਹਨਾਂ ਦੇ ਕੰਮਾਂ ਦਾ ਆਰੰਭ ਹੈ, ਇਹਨਾਂ ਲਈ ਮਿਲ ਜੁਲ ਕੇ ਕੁਝ ਵੀ ਕਰਨਾ ਅਸੰਭਵ ਨਹੀਂ। ਇਸ ਲਈ ਆਓ ਹੇਠਾਂ ਚੱਲੀਏ
ਅਤੇ ਇਹਨਾਂ ਦੀ ਭਾਸ਼ਾ ਵੱਖ-ਵੱਖ ਕਰ ਦਈਏ ਤੇ ਉਹ ਇੱਕ ਦੂਜੇ ਨੂੰ ਸਮਝ ਨਾ ਸਕਣ। ਸੋ ਪ੍ਰਭੂ ਨੇ ਉਹਨਾਂ ਨੂੰ ਸਾਰੀ ਧਰਤੀ ਤੇ ਖਿੰਡਾ ਦਿੱਤਾ ਅਤੇ ਉਹਨਾਂ ਉਹ ਸ਼ਹਿਰ ਬਣਾਉਣਾ ਬੰਦ ਕਰ ਦਿੱਤਾ। ਉਹ ਸ਼ਹਿਰ ਦਾ ਨਾਮ ਬਾਬਲ ਰੱਖਿਆ ਗਿਆ ਕਿਉਂਕਿ ਉੱਥੇ ਪ੍ਰਭੂ ਨੇ ਉਹਨਾਂ ਦੀ ਭਾਸ਼ਾ ਵੱਖ-ਵੱਖ ਕਰ ਦਿੱਤੀ ਸੀ ਅਤੇ ਉਹਨਾਂ ਨੂੰ ਸਾਰੀ ਧਰਤੀ ਤੇ ਖਿੰਡਾ ਦਿੱਤਾ ਸੀ। ਸਵਾਲ ਇਹ ਆ ਕਿ ਪ੍ਰਭੂ ਨੇ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਪ੍ਰਭੂ ਨੇ ਨੋਹਾ ਨੂੰ, ਜਿਸ ਲਈ ਨੋਹਾ ਕਸ਼ਤੀ ਦੇ ਵਿੱਚੋਂ ਉਤਰਿਆ, ਪ੍ਰਭੂ ਨੇ ਉਸ ਨੂੰ ਕਿਹਾ ਕਿ ਵਧੋ ਫੁੱਲੋ ਔਰ ਸਾਰੀ ਧਰਤੀ ਨੂੰ ਭਰ ਦਿਓ। ਪਰ ਇਨਸਾਨ ਜਿਹੜਾ ਆ ਉਹ ਤੋਂ ਉਲਟ ਚੱਲਦਾ ਪਿਆ। ਉਹਨਾਂ ਕਿਹਾ ਕਿ ਨੋਹਾ ਦਾ ਫਲੱਡ ਆਇਆ, ਹੁਣ ਅਸੀਂ ਐਡਾ ਵੱਡਾ ਉੱਚਾ ਬੁਰਜ ਬਣਾਵਾਂਗੇ ਜਿਹੜਾ ਕਦੀ ਡੁੱਬ ਨਾ ਸਕੂਗਾ। ਅਗਰ ਪਰਮੇਸ਼ਰ ਦੁਬਾਰਾ ਪਾਣੀ ਘੱਲੂਗਾ ਤਾਂ ਅਸੀਂ ਉਸ ਬੁਰਜ ਦੇ ਉੱਤੇ ਜਾ ਕੇ ਬਚ ਸਕਾਂਗੇ। ਅਸੀਂ ਐਡਾ ਵੱਡਾ ਅਸਮਾਨ ਤੱਕ ਉੱਚਾ ਬੁਰਜ ਬਣਾਵਾਂਗੇ। ਸੋ ਬੇਸਿਕਲੀ ਉਹਨਾਂ ਨੇ ਪਰਮੇਸ਼ਰ ਦੀ ਆਗਿਆ ਮੰਨਣ ਦੀ ਬਜਾਏ ਉਹਨਾਂ ਨੇ ਆਪਣਿਆਂ ਹੱਥਾਂ, ਆਪਣੇ ਕੰਮਾਂ ਦੇ ਉੱਤੇ ਵਿਸ਼ਵਾਸ ਕੀਤਾ ਔਰ ਉਹਨਾਂ ਨੇ ਪਹਿਲਾ ਮੰਦਰ ਬਣਾਉਣਾ ਸ਼ੁਰੂ ਕਰ ਦਿੱਤਾ। ਲੇਕਿਨ ਪ੍ਰਭੂ ਪਰਮੇਸ਼ਰ ਦੀ ਇਹ ਆਗਿਆ ਦੇ ਖਿਲਾਫ ਸੀ। ਉਹ ਚਾਹੁੰਦਾ ਸੀ ਕਿ ਇਹ ਸਾਰੇ ਖਿਲਰਨ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਣ, ਪਰ ਹੋਰ ਕੋਈ ਰਸਤਾ ਨਹੀਂ ਸੀ। ਸੋ ਪ੍ਰਭੂ ਨੇ ਉਹਨਾਂ ਦੀ ਬੋਲੀ ਵੱਖਰੀ ਕਰ ਦਿੱਤੀ। ਉਹ ਸਾਰੇ ਜਿੱਦਾਂ ਹੀ ਪ੍ਰਭੂ ਦੀ ਆਤਮਾ ਉਤਰੀ, ਉਸਨੇ ਸਾਰਿਆਂ ਦੀ ਜਿਹੜੀ ਬੋਲੀ ਸੀ ਉਹ ਵੱਖ-ਵੱਖ ਕਰ ਦਿੱਤੀ। ਸੋ ਉਹ ਸਾਰੀ ਦੁਨੀਆ ਦੇ ਵਿੱਚ ਫੈਲ ਗਏ, ਜਿਸ ਤਰ੍ਹਾਂ ਅੱਜ ਅਸੀਂ ਦੇਖਦੇ ਪਏ ਹਾਂ। ਔਰ ਅੱਜ ਬਹੁਤ ਸਾਰੀਆਂ ਬੋਲੀਆਂ ਅਸੀਂ ਲੱਭ ਚੁੱਕੇ ਹਾਂ ਔਰ ਹਾਲੇ ਵੀ ਕਈ ਬੋਲੀਆਂ ਜਿਹੜੀਆਂ ਹਾਲੇ ਅਸੀਂ ਡਿਸਾਈਫਰ ਨਹੀਂ ਕਰ ਸਕੇ। ਕਈ ਲਿਖਤ ਬੋਲੀਆਂ ਐਸੀਆਂ ਜਿਹੜੀਆਂ ਅਸੀਂ ਡਿਸਾਈਫਰ ਨਹੀਂ ਕਰ ਸਕੇ। ਹਜ਼ਾਰਾਂ ਦੀ ਗਿਣਤੀ ਦੇ ਨਾਲ ਇਸ ਦੁਨੀਆ ਦੇ ਵਿੱਚ ਬੋਲੀਆਂ। ਔਰ ਪ੍ਰਭੂ ਨੇ ਉਹਨਾਂ ਸਾਰਿਆਂ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ, ਵੱਖ-ਵੱਖ ਏਰੀਆ ਦੇ ਵਿੱਚ ਘੱਲ ਦਿੱਤਾ ਤਾਂ ਕਿ ਉਹ ਵਧਣ ਫੁੱਲਣ ਔਰ ਧਰਤੀ ਨੂੰ ਭਰਨ। ਔਰ ਠੀਕ ਸਮਾਂ ਆਏ ਤੇ ਪ੍ਰਭੂ ਨੇ ਇਹ ਜਿਹੜੀ ਬਰਕਤ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਪੰਤੇਕੋਸਤ ਦਾ ਤਿਉਹਾਰ ਸੀ, ਜਿਸ ਤਰ੍ਹਾਂ ਪਰਮੇਸ਼ਰ ਨੇ ਵਾਅਦਾ ਕੀਤਾ ਸੀ, ਉਸਨੇ ਆਪਣੀ ਆਤਮਾ ਘੱਲੀ। ਔਰ ਉਹ ਸਾਰੇ, ਜਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਜੇਰੂਸਲਮ ਤੋਂ ਬਾਹਰ ਨਾ ਜਾਏ, ਉਹ ਸਾਰੇ ਜੇਰੂਸਲਮ ਦੇ ਵਿੱਚ ਆ। ਔਰ ਦੂਰ ਦੂਰ ਦੇਸ਼ਾਂ ਤੋਂ ਲੋਕ ਉੱਥੇ ਪੰਤੇਕੋਸਤ ਦਾ ਤਿਉਹਾਰ ਮਨਾਉਣ ਆਇਓ, ਇਕੱਠੇ ਹੋਇਓ। ਔਰ ਉੱਥੇ ਭੀੜ ਲੱਗੀ ਹੋ, ਬੇਸਿਕਲੀ ਲੋਕਾਂ ਦੀ ਭੀੜ ਲੱਗੀ ਹੋ। ਔਰ ਅਸੀਂ ਦੇਖਦੇ ਕਿ ਉੱਥੇ ਕਿੱਥੇ ਕਿੱਥੇ ਲੋਕ ਆਏ ਆ। ਅਸੀਂ ਇੱਥੇ ਵਚਨ 'ਚ ਦੇਖਦੇ ਹਾਂ ਕਿ ਪਾਰਥੀ, ਮੇਦੀ, ਇਲਾਮੀ, ਮੈਸੋਪੋਟਾਮੀਆ, ਯਹੂਦੀਆ, ਕਪਦੂਨੀਆ, ਪੰਤਸ, ਏਸ਼ੀਆ, ਫਰੂਗੀਆ, ਪੰਫੂਲੀਆ, ਮਿਸਰ, ਕੁਰੇਨੇ ਦੇ ਲਾਗੇ ਦੇ ਪ੍ਰਾਂਤ ਔਰ ਲੀਬੀਆ ਦੇ ਰਹਿਣ ਵਾਲੇ ਮੁਸਾਫਰ, ਜਾਣੀ ਕਿ ਉਸ ਸਮੇਂ ਦੀ ਨੌਨ ਧਰਤੀ ਜਿਹੜੀ ਸੀਗੀ, ਉਹਦੇ ਸਾਰੇ ਲੋਕ ਉੱਥੇ ਇਕੱਠੇ ਹੋਏ ਹੋ। ਸਾਰੀਆਂ ਬੋਲੀਆਂ ਦੇ ਸਾਰੇ ਲੋਕ ਤਾਂ ਨਹੀਂ ਇਕੱਠੇ ਹੋਏ, ਪਰ ਸਾਰੀਆਂ ਬੋਲੀਆਂ ਦੇ ਲੋਕ ਇਕੱਠੇ ਹੋਏ। ਔਰ ਦੂਸਰੇ ਪਾਸੇ ਕਮਰੇ ਦੇ ਵਿੱਚ ਇੱਕ ਗਲੀਲ ਦੇ ਲੋਕ ਆ। ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਜਿਹੜੇ ਗਲੀਲ ਦੇ ਲੋਕ ਸੀਗੇ, ਇਹ ਮੋਸਟ ਅਨਪੜ੍ਹ ਲੋਕ ਸੀ, ਅਨਐਜੂਕੇਟਡ। ਔਰ ਉੱਤੇ ਉਹ ਦੁਆ ਕਰਦੇ ਪਏ ਆ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀ। ਔਰ ਜਿਸ ਲਈ ਉਹ ਦੁਆ ਕਰ ਰਹੇ ਆ ਤੇ ਪੰਤੇਕੋਸਤ ਦੇ ਦਿਨ ਪ੍ਰਭੂ ਦਾ ਆਤਮਾ ਉਹਨਾਂ ਦੇ ਉੱਤੇ ਉਤਰਿਆ ਔਰ ਉਹ ਸਾਰੇ ਪਵਿੱਤਰ ਆਤਮਾ ਦੇ ਨਾਲ ਭਰ ਗਏ। ਔਰ ਉਹ ਸਾਰੇ ਵੱਖ-ਵੱਖ ਬੋਲੀਆਂ ਬੋਲਣ ਲੱਗੇ, ਵੱਖ-ਵੱਖ ਬੋਲੀਆਂ ਬੋਲਣ ਲੱਗੇ। ਨਾ ਮੇਰੇ ਭੈਣ ਭਰਾ ਜਿਹੜੇ ਟੰਗਸ ਦੇ ਵਿੱਚ ਬੋਲਦੇ ਆ, ਉਹ ਮੋਸਟਲੀ ਇਸ ਚੈਪਟਰ ਨੂੰ ਲੈਂਦੇ ਆ। ਮੇਰੀ ਬਸ ਬੇਨਤੀ ਇਹ ਹੈ ਕਿ ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਚੈਪਟਰ ਆ ਜਿਹੜੀ ਇਸ ਚੀਜ਼ ਨੂੰ ਸਿੱਧ ਕਰਦੇ ਆ ਕਿ ਲੋਕ ਪ੍ਰਭੂ ਦੀ ਬੋਲੀ ਦੇ ਵਿੱਚ ਬੋਲਦੇ ਆ, ਪਰ ਇਹ ਚੈਪਟਰ ਇਸ ਦੇ ਲਈ ਨਹੀਂ।
इस चैप्टर का जिहड़ा खास मकसद आ वो इक्को ही आ। नंबर 1, प्रभु ने जो किया वो पूरा होया। जो प्रभु ने किया वो एक पूरा होया। जिद्दां असीं यूहन्ना दे 14वें चैप्टर दे विच पढ़दे सीगे, अगर 134 पेज दे उत्ते माफ करना, यूहन्ना दा 14वां चैप्टर, लूका दा नहीं, यूहन्ना दा 14वां चैप्टर, और उत्थे प्रभु यीशु मसीह ने 13वें चैप्टर दे विच प्रभु अपने चेलियां दे पैर धोते और फिर उन्होंने दस्या और सारियां चीज़ां जिसले प्रभु ने उन्होंने दसियां, उन्होंने आग्यावां दित्तियां। लेकिन 14वें चैप्टर दे विच प्रभु ने 15वीं आयत, और ये 192 पन्ना अगर तुहाडे कोल नवीं बाइबल नवे नेम दा, और उत्थे प्रभु ने उन्होंने कहा कि 15वीं आयत 14 चैप्टर जॉन चैप्टर 14 और उसकी 15वीं आयत, जेकर तुसी मैनू प्यार करदे तां तुसी मेरियां आग्यावां दा भी पालन करोगे। मैं पिता नूं बेनती करांगा कि तुहानूं दूजा मददगार देवेगा, ਉਹ सदा ਤੁਹਾਡੇ ਨਾਲ ਰਹੇਗਾ। अर्थात सत दा आत्मा जिसनूं तुसीं प्राप्त नहीं कर सकते, जिसनूं संसार प्राप्त नहीं कर सकता, क्योंकि ना तो संसार उसनूं देखदा है ना जानदा है, पर तुसीं उसनूं जानदे हो क्योंकि वो तुहाडे नाल रहिंदा है और तुहाडे विच होवेगा। मैं तुहानूं अनाथ नहीं छड्डूंगा, मैं तुहाडे कोल आ रहा हाँ, थोड़ा चिर होर है, फिर संसार मैनूं कदी नहीं देखेगा, पर तुसीं मैनूं देखोगे। मैं जिउंदा हाँ, इसलिए तुसीं भी जियोगे। उस दिन तुसीं सारे जानोगे कि मैं पिता विच हाँ, तुसीं मेरे विच हो और मैं तुहाडे विच हाँ। सो इस दिन किहड़ी चीज़ पूरी होई? इस दिन नंबर 1, प्रभु दे जिन्ने किते वादे से वो सारे पूरे हो। प्रभु ने लगातार उन्होंने यह दसदा आ रहा, लगातार उन्होंने समझाउंदा आ रहा कि जिस वेले भी कोई बड़ा मिराकल हुंदा सी, बड़े मिराकल तो बाद उस तो ठीक बाद प्रभु उन्होंने अपनी मौत बारे दसदे सी कि मेरी मौत किदां होएगी, मैनूं सलीबी मौत ते मारिया जाएगा, लेकिन फिर मैं उठा लिया जाऊँगा, तीसरे दिन मैं मुर्दियां चों उठा लिया जाऊँगा। और तुसीं इस चीज़ का डर ना रखो, तुसीं इस चीज़ तो घबराओ ना, क्योंकि मैं तुहानूं दूजा मददगार दांगा। मत्ती दे विच, मरकस दे विच, लूका दे विच, यूहन्ना दे विच प्रभु ने बार बार इस चीज़ का वादा किया। नंबर 1, जे प्रभु सानू वादा किसी चीज़ का करदा तो प्रभु उस चीज़ के वादे नूं पूरा भी करदा, जिस यीशु मसीह के उत्ते विश्वास किया। नंबर 2, जिन्नियां बजुर्गां ने भविष्यवाणियां कीतियां सी वो पूरियां होनियां शुरू हो गई। पुराने नियम दे विच जोएल वर्गे नबी ने इस तरह कहा सी कि अंतिम दिनां दे विच मैं इस तरह करांगा। परमेश्वर ने कहा है, मैं अपनी आत्मा सब मनुखां उत्ते डोलांगा, फिर तुहाडे पुत्र तुहाडीआं पुत्रियां अगम्मी वाक करनगे, तुहाडे नौजवान दर्शन देखणगे अते तुहाडे बजुर्ग सुपने देखणगे। मैं अपने दासां अते दासियां दे उत्ते भी उन्हां दिनां दे विच आत्मा डोलांगा अते ओह अगम्मी वाक करनगे। मैं उपर आकाश दे विच चमत्कार, थले जमीन ते चिन्ह दिखावांगा अते लहू, अग, धुएं दे बदल आदि, सूरज हनेरा हो जाएगा, चंद्रमा लहू की तरह लाल। प्रभु के महान अते महिमा वाले दिन तो आने तो पहला अते जो कोई प्रभु का नाम लवेगा वो मुक्ति पावेगा। ये सारियां चीज़ां इत्थे पूरियां होंदियां पईयां। योएल वर्गे नबी तो लैके शमाउन जिहड़ा बजुर्ग, जिसनूं सिर्फ इन्नी चीज़ दसी गई सी कि तेरी मौत उन्नी देर तक नहीं होएगी जदों तक तू मुक्ति के दर्शन नहीं कर लेगा। ये सारे लोग, ये सारे नबी उस दिन नूं तरसदे सी। प्रभु के वचन के विच अपने चेलियां नूं कहा कि जिहड़ियां चीज़ां तुसीं देखदे पए आ, इन्हां चीज़ां दे लई बजुर्ग ते राजे, नबी ते राजे तरसदे चले गए, पर तुहाडीआं अखियां ये चीज़ां देखदियां पईआं। सो चेले वो चीज़ एक्सैप्ट कर रहे, चेलियां नूं वो चीज़ मिलदी पई आ जिन्हां नूं नबी ते राजे देखण तो तरसदे रह गए। कि एक बार उसने सारे विश्वासियों के उत्ते जिन्होंने प्रभु यीशु मसीह ते विश्वास किया, उन्होंने उत्ते वो
ਉਹ ਆਪਣਾ ਪਵਿੱਤਰ ਆਤਮਾ ਡੋਲ ਰਿਹਾ, ਉਹਨਾਂ ਦੇ ਉੱਤੇ ਆਪਣਾ ਪਵਿੱਤਰ ਆਤਮਾ ਡੋਲ ਰਿਹਾ। ਸੋ ਦੂਸਰੀ ਚੀਜ਼ ਕਿ ਸਾਰੇ ਨਬੀਆਂ ਦੇ ਰਾਹੀਂ ਪ੍ਰਭੂ ਨੇ ਜੋ ਕੁਛ ਕਿਹਾ ਉਹ ਪੂਰਾ ਹੋਇਆ, ਨਬੀਆਂ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਪਈਆਂ। ਤੀਸਰੀ ਚੀਜ਼ ਜਿਹੜੀ ਮੋਸਟ ਇੰਪੋਰਟੈਂਟ, ਸ਼ਮਾਉਨ ਨੇ ਕਿਹਾ ਸੀ ਕਿ ਇਹ ਧਰਤੀ ਦੇ ਸਾਰੇ ਲੋਕਾਂ ਦੇ ਲਈ, ਸਾਰੀਆਂ ਭਾਸ਼ਾਵਾਂ ਦੇ ਲਈ, ਸਾਰੀਆਂ ਜਾਤਾਂ ਦੇ ਲਈ, ਇਕੱਲਾ ਯਹੂਦੀ ਕੌਮ ਦੇ ਲਈ ਨਹੀਂ, ਇਕੱਲਾ ਇਜ਼ਰਾਈਲ ਦੇ ਘਰਾਣੇ ਦੇ ਲਈ ਨਹੀਂ, ਇਹ ਸਭ ਦੇ ਲਈ ਆ, ਸਾਰੀਆਂ ਭਾਸ਼ਾਵਾਂ ਦੇ ਲਈ। ਕਿਹੜੀਆਂ ਭਾਸ਼ਾਵਾਂ? ਜਿਹੜੀਆਂ ਅਸੀਂ ਬਾਈਬਲ ਦੇ ਵਿੱਚ ਉਹ ਬਿਖਰਦੀਆਂ ਦੇਖੀਆਂ ਸੀ, ਜਿਹਨਾਂ ਨੂੰ ਅਸੀਂ ਬਿਖਰਦੇ ਦੇਖਿਆ ਸੀ। ਪ੍ਰਭੂ ਦਾ ਸ਼ੁਕਰ ਹੈ ਕਿ ਅੱਜ ਵੀ ਉਹ ਭਾਸ਼ਾਵਾਂ ਸਾਡੇ ਦੇ ਵਿੱਚ ਹੈਗੀਆਂ, ਲੇਕਿਨ ਸ਼ੁਭ ਸਮਾਚਾਰ ਨੇ ਉਹਨਾਂ ਸਾਰੀਆਂ ਭਾਸ਼ਾਵਾਂ ਨੂੰ ਇੱਕ ਕਰ ਦਿੱਤਾ। ਤੁਸੀਂ ਜਿਹੜੀ ਮਰਜ਼ੀ ਬੋਲੀ ਦੇ ਵਿੱਚ ਬੋਲ ਲਓ, ਤੁਸੀਂ ਜਿਹੜੀ ਮਰਜ਼ੀ ਬੋਲੀ ਦੇ ਵਿੱਚ ਬਾਈਬਲ ਪੜ੍ਹ ਲਓ, ਔਰ ਜੌਨ 3:16 ਜਿਹੜੇ ਤੁਸੀਂ ਦੇਖੋਗੇ ਉਹ ਸੇਮ ਚੀਜ਼ ਆ। ਉਤਪਤ ਤੋਂ ਲੈ ਕੇ ਰੈਵਲੇਸ਼ਨ ਤੱਕ ਕਿਸੇ ਵੀ ਬੋਲੀ ਦੇ ਵਿੱਚ ਲਿਖਿਆ ਹੋਇਆ ਸੀ, ਲੇਕਿਨ ਮੀਨਿੰਗ ਸੇਮ ਆ। ਸ਼ੁਭ ਸਮਾਚਾਰ ਹਰੇਕ ਬੋਲੀ ਦੇ ਵਿੱਚ ਜਾ ਰਿਹਾ, ਚਾਹੇ ਉਹ ਲੋਕ ਪਾਰਥੀ ਸੀ, ਚਾਹੇ ਮੇਦੀ ਸੀ, ਅਲਾਮੀ ਸੀ, ਮੈਸੋਪੋਟਾਮੀਆ ਤੋਂ ਸੀ, ਯਹੂਦੀਆ ਤੋਂ ਸੀ, ਕਪਦੂਨੀਆ ਤੋਂ ਸੀ, ਪੰਤਸ ਤੋਂ ਸੀ, ਏਸ਼ੀਆ ਤੋਂ ਸੀ, ਪ੍ਰਫੁੱਲੀਆ ਤੋਂ ਸੀ, ਕੁਰੇਨੇ ਤੋਂ ਸੀ, ਜਾਂ ਲੀਬੀਆ ਤੋਂ ਰਹਿਣ ਵਾਲੇ, ਚਾਹੇ ਕਿਤੋਂ ਵੀ ਸੀ। ਪ੍ਰਭੂ ਦੇ ਆਤਮਾ ਨੇ ਚੇਲਿਆਂ ਦੇ ਮੂੰਹ ਦੇ ਵਿੱਚ ਉਹਨਾਂ ਦੀ ਆਪਣੀ ਬੋਲੀ ਦੇ ਵਿੱਚ ਸ਼ਬਦ ਪਾ ਦਿੱਤੇ, ਔਰ ਉਹ ਸੁਣ ਰਹੇ ਆ, ਔਰ ਉਹ ਕਹਿ ਰਹੇ ਆ ਕਿ ਇਹ ਅਸੀਂ ਕਿਸ ਤਰ੍ਹਾਂ ਅਸੀਂ ਸੁਣਦੇ ਪਏ ਆ, ਇਹ ਤਾਂ ਸਧਾਰਨ ਲੋਕ ਆ, ਇਹ ਤਾਂ ਅਨਪੜ੍ਹ ਲੋਕ ਆ, ਇਹ ਤਾਂ ਸਧਾਰਨ ਲੋਕ ਆ, ਇਹਨਾਂ ਦੇ ਵਿੱਚੋਂ ਕਿਸੇ ਨੇ ਡਾਕਟਰੇਟ ਨਹੀਂ ਕੀਤੀ, ਇਹਨਾਂ ਦੇ ਵਿੱਚ ਕੋਈ ਲਿੰਗੁਇਸਟਿਕ ਨਹੀਂ ਬੈਠਾ ਹੈ, ਲੇਕਿਨ ਸ਼ੁਭ ਸਮਾਚਾਰ ਜਿਹੜਾ ਇਹ ਸੁਣਾ ਰਹੇ ਆ ਉਹ ਸਾਡੀ ਭਾਸ਼ਾ ਦੇ ਵਿੱਚ ਸੁਣਾ ਰਹੇ ਆ, ਅਸੀਂ ਆਪਣੀ ਭਾਸ਼ਾ ਦੇ ਵਿੱਚ ਸੁਣਦੇ ਪਏ। ਪ੍ਰਭੂ ਦਾ ਕਿੰਨਾ ਸ਼ੁਕਰ ਹੈ, ਪ੍ਰਭੂ ਦਾ ਕਿੰਨਾ ਸ਼ੁਕਰ ਹੈ ਕਿ ਜਿੱਦਾਂ ਹੀ ਚਰਚ ਦਾ ਜਨਮ ਹੋਇਆ, ਇਹ ਚਰਚ ਦਾ ਜਨਮ ਦਿਨ ਹੈ ਇੱਥੇ, ਦਿਸ ਇਜ਼ ਅ ਹੈਪੀ ਬਰਥਡੇ ਚਰਚ, ਅਸੀਂ ਇੱਥੇ ਕਹਿ ਸਕਦੇ ਹਾਂ। ਅੱਜ ਚਰਚ ਦਾ ਜਨਮ ਹੋਇਆ, ਇੱਥੇ ਚਰਚ ਦਾ ਜਨਮ ਹੋਇਆ। ਚਰਚ ਇਜ਼ 2000 years old, ਅੱਜ 2000 ਸਾਲ ਚਰਚ ਨੂੰ ਹੋ ਗਏ ਆ, ਇੱਥੇ ਚਰਚ ਦਾ ਜਨਮ ਹੋਇਆ। ਔਰ ਜਿਸ ਵੇਲੇ ਚਰਚ ਦਾ ਜਨਮ ਹੋਇਆ, ਜਿੰਨੀ ਦੇਰ ਤੱਕ ਯਹੂਦੀਆਂ ਦੇ ਧਰਮ ਦਾ ਸੀ, ਉਹਨਾਂ ਕੋਲ ਇਬਰਾਨੀ ਬੋਲੀ ਸੀ, ਉਹਨਾਂ ਕੋਲ ਅਲਾਮੀ ਬੋਲੀ ਸੀ, ਐਂਡ ਦੈਟਸ ਇਟ। ਕੁਛ ਗ੍ਰੀਕ ਯਹੂਦੀ ਸੀਗੇ, ਲੇਕਿਨ ਸਾਰੇ ਉਹ ਇੱਕ ਛੋਟੀ ਜਿਹੀ ਜਗ੍ਹਾ ਤੇ ਸਿਮਟੇ ਹੋ ਸੀਗੇ। ਲੇਕਿਨ ਜਿੱਦਾਂ ਹੀ ਪ੍ਰਭੂ ਦਾ ਸ਼ੁਭ ਸਮਾਚਾਰ ਆਇਆ, ਇਹ ਸਾਰੀਆਂ ਬੋਲੀਆਂ ਦੇ ਵਿੱਚ ਫੈਲ ਗਿਆ। ਜਿੰਨੀਆਂ ਬਾਈਬਲ ਤੋਂ ਬੋਲੀਆਂ ਅਲੱਗ ਹੋਈਆਂ ਸੀ, ਉਹ ਸਾਰੀਆਂ ਸ਼ੁਭ ਸਮਾਚਾਰ ਦੇ ਨਾਲ ਇਕੱਠੀਆਂ ਹੋ ਗਈਆਂ। ਇੱਥੋਂ ਅਸੀਂ ਇਹ ਚੀਜ਼ ਦੇਖ ਸਕਦੇ ਹਾਂ, ਇਹ ਚੀਜ਼ ਕਹਿ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਕਲਾਮ ਆ, ਇਹ ਸਾਰੀ ਦੁਨੀਆ ਦੇ ਲਈ। ਇਸ ਚੀਜ਼ ਨੂੰ ਜਿਹੜੀ ਮੈਂ ਤੀਜਾ ਪੁਆਇੰਟ ਬਣਾ ਰਿਹਾ ਕਿ ਇੱਥੋਂ ਆ ਕੇ ਇਹ ਜਿਹੜਾ ਹਿੱਸਾ ਹੈ, ਜਿਸ ਲਈ ਅਸੀਂ ਇਸ ਹਿੱਸੇ ਨੂੰ ਦੇਖਦੇ ਹਾਂ, ਇੱਥੇ ਆ ਕੇ ਸਾਨੂੰ ਪਤਾ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਮੁਕਤੀ ਹੈ ਉਹ ਸਾਰੀ ਦੁਨੀਆ ਦੇ ਲਈ ਹੈ। ਪ੍ਰਭੂ ਯਿਸੂ ਮਸੀਹ ਸਾਰੀ ਦੁਨੀਆ ਦੇ ਲਈ ਆਇਆ। ਇਹ ਸ਼ੁਭ ਸਮਾਚਾਰ ਸਾਰੀ ਦੁਨੀਆ ਦੇ ਲਈ ਆ ਕਿ ਪ੍ਰਭੂ ਪਰਮੇਸ਼ਵਰ ਨੇ, ਬਾਪ ਨੇ ਜਗਤ ਨੂੰ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਏ, ਪਰ ਸਦਾ ਦੀ ਜ਼ਿੰਦਗੀ ਪਾਏ। ਮੇਰੇ ਪਿਆਰੇ ਭੈਣੋ ਤੇ ਭਰਾਓ, ਮੈਂ ਇਹੋ ਹੀ ਤੁਹਾਨੂੰ ਬੇਨਤੀ ਕਰੂੰਗਾ ਕਿ ਅਗਰ ਇਹ ਗਲੀਲ ਦੇ ਲੋਕ ਜਿਹੜੇ ਅਨਪੜ੍ਹ ਸਧਾਰਨ, ਉਹਨਾਂ ਦੇ ਰਾਹੀਂ ਪਰਮੇਸ਼ਵਰ ਸਾਰੀ ਕੌਮ ਨੂੰ ਔਰ ਸਾਰੇ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਜਿਹੜੇ ਦੂਰੋਂ ਆ ਕੇ ਇਕੱਠੇ ਹੋਏ ਹੋ ਆ, ਆਪਣਾ ਵਚਨ ਤੇ ਸ਼ੁਭ ਸਮਾਚਾਰ ਸੁਣਾ ਸਕਦਾ।
ਭਾਈ ਤੁਸੀਂ ਤਾਂ ਪੜ੍ਹੇ ਲਿਖੇ ਆ, ਮੈਂ ਤਾਂ ਪੜ੍ਹਿਆ ਲਿਖਿਆ, ਸਾਡੇ ਰਾਹੀਂ ਉਹ ਕਿੰਨਾ ਕੰਮ ਕਰ ਸਕਦਾ, ਸਾਡੇ ਰਾਹੀਂ ਉਹ ਕਿੰਨਾ ਕੰਮ ਕਰ ਸਕਦਾ। ਸੋ ਆਓ ਅੱਜ ਦੇ ਦਿਨ ਦੁਆ ਕਰੀਏ ਕਿ ਪ੍ਰਭੂ ਜਿਸ ਤਰ੍ਹਾਂ ਇਹਨਾਂ ਨੂੰ ਤੂੰ ਆਪਣਾ ਆਤਮਾ ਬਖਸ਼ਿਆ, ਕਿ ਜਿਹੜਾ ਬਾਬਲ ਦੇ ਬੁਰਜ ਤੇ ਸਭ ਕੁਝ ਖਿਲਰ ਗਿਆ ਸੀ, ਤੇਰੇ ਆਤਮਾ ਨੇ ਉਹ ਸਭ ਕੁਝ ਇਕੱਠਾ ਕਰ ਦਿੱਤਾ, ਸਭ ਕੁਝ ਇਕੱਠਾ ਕਰ ਦਿੱਤਾ, ਔਰ ਇੱਕ ਵਾਰ ਫਿਰ ਸਾਰੀ ਦੁਨੀਆ ਦੇ ਵਿੱਚ ਸ਼ੁਭ ਸਮਾਚਾਰ ਪਹੁੰਚ ਗਿਆ, ਪ੍ਰਭੂ ਯਿਸੂ ਮਸੀਹ ਦਾ ਨਾਮ ਪਹੁੰਚ ਗਿਆ। ਪ੍ਰਭੂ ਸਾਨੂੰ ਵੀ ਇਸ ਚੀਜ਼ ਦੇ ਲਈ ਵਰਤੇ। ਮੇਰੀ ਦੁਆ ਹੈ ਆਪਣੇ ਸਾਰੇ ਭੈਣ ਭਰਾਵਾਂ ਦੇ ਲਈ ਕਿ ਪ੍ਰਭੂ ਪਰਮੇਸ਼ਰ ਅੱਜ ਇਸ ਪੰਤੇਕੋਸਤ ਦੇ ਦਿਨ, ਅੱਜ ਇਸ ਪੈਂਟੇਕੋਸਤ ਦੇ ਦਿਨ ਆਪਣੇ ਲੋਕਾਂ ਨੂੰ ਆਪਣੀ ਆਤਮਾ ਦੇ ਨਾਲ ਭਰ, ਔਰ ਪ੍ਰਭੂ ਜੀ ਇਹਨਾਂ ਨੂੰ ਵਰਤ ਕਿ ਇਹ ਔਰ ਮੈਂ ਔਰ ਅਸੀਂ ਦੂਰ ਦੂਰ ਜਾ ਕੇ ਤੇਰਾ ਵਚਨ ਸੁਣਾ ਸਕੀਏ, ਬੋਲੀਆਂ ਤੋਂ ਗਾਂਹ ਜਾ ਕੇ ਤੇਰਾ ਵਚਨ ਸੁਣਾ ਸਕੀਏ। ਤੂੰ ਸਾਨੂੰ ਭਾਸ਼ਾਵਾਂ ਦਿੱਤੀਆਂ, ਤੂੰ ਆਪਣੇ ਚੇਲਿਆਂ ਨੂੰ ਭਾਸ਼ਾਵਾਂ ਦਿੱਤੀਆਂ ਔਰ ਉਹਨਾਂ ਨੇ ਵਚਨ ਸੁਣਾਇਆ। ਇਸੇ ਤਰ੍ਹਾਂ ਪ੍ਰਭੂ ਜੀ ਤੂੰ ਸਾਡੇ ਉੱਤੇ ਵੀ ਰਹਿਮ ਕਰੀ ਔਰ ਆਪਣੇ ਬੱਚਿਆਂ 'ਤੇ ਵੀ ਰਹਿਮ ਕਰੀ। ਇਹ ਮੈਂ ਸਭ ਕੁਝ ਆਪਣੇ ਭੈਣਾਂ ਭਰਾਵਾਂ ਦੇ ਲਈ ਮੰਗਦਾ। ਔਰ ਅੱਜ ਪੰਤੇਕੋਸਤ ਦੇ ਦਿਨ ਪ੍ਰਭੂ ਜੀ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਔਰ ਆਪਣੇ ਆਪ ਨੂੰ ਅਸੀਂ ਸਭ ਵਧਾਈ ਦਿੰਦੇ ਕਿ ਪ੍ਰਭੂ ਤੂੰ ਆਪਣੇ ਵਾਅਦਿਆਂ ਦਾ ਪੱਕਾ ਤੂੰ ਦਿੰਦਾ ਹੈ, ਤੂੰ ਆਪਣੇ ਨਬੀਆਂ ਦੇ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ। ਔਰ ਪ੍ਰਭੂ ਜੀ ਤੂੰ ਸੰਸਾਰ ਨੂੰ ਕਿਹਾ ਕਿ ਮੈਂ ਸੰਸਾਰ ਦੇ ਲਈ ਆਇਆ, ਔਰ ਅੱਜ ਸੰਸਾਰ ਦੀਆਂ ਭਾਸ਼ਾਵਾਂ ਦੇ ਰਾਹੀਂ ਇਸ ਦਿਨ ਤੂੰ ਆਪਣਾ ਵਚਨ ਦੂਰ ਦੂਰ ਪਹੁੰਚਾਇਆ। ਤੂੰ ਵਫਾਦਾਰ, ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਹੁਣ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਪ੍ਰਭੂ ਜੀ ਸਾਡਾ ਉਪਯੋਗ ਕਰ ਔਰ ਸਾਨੂੰ ਆਪਣੇ ਵਚਨ ਦੇ ਵਿੱਚ ਅੱਗੇ ਵਧਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ